ਕਰਨ ਉਚਾਰ ਆਰੰਭ ਕਰਨ ਤੋਂ ਪਹਿਲਾਂ ਸਰਬੱਤ ਮਾਈ ਭਾਈ ਅਸੀਸ ਬਖਸ਼ੋ। ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਦੂਜਾ, ਜਿਨ੍ਹਾਂ ਨੇ 41ਵੀਂ ਵਾਰ ਜਿਹੜੀ ਹੈ ਉਚਾਰਨ ਕੀਤੀ ਹੈ, ਤੇ 41ਵੀਂ ਵਾਰ ਅੰਦਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਸਿਫਤ ਕੀਤੀ ਹੈ। ਇੱਕ ਭਾਈ ਗੁਰਦਾਸ ਜੀ ਉਹ ਨੇ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਤੀਜੇ ਨੇ, ਬੀਬੀ ਭਾਨੀ ਜੀ ਦੇ ਭਰਾਤਾ ਨੇ। ਉਹਨਾਂ ਨੇ ਕਬਿਤ ਸਵਈਏ ਬਾਣੀ ਉਚਾਰਨ ਕੀਤੀ। 40 ਵਾਰਾਂ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀਆਂ ਨੇ। 41ਵੀਂ ਵਾਰ ਭਾਈ ਗੁਰਦਾਸ ਸਿੰਘ, ਜਾਂ ਆਪਾਂ ਭਾਈ ਗੁਰਦਾਸ ਜੀ ਦੂਜਾ ਵੀ ਕਹਿੰਦੇ ਹਾਂ, ਜਿਹੜੇ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਸਮੇਂ ਲਿਖਾਰੀ ਹੋਏ ਨੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ, ਵਡਿਆਈ ਕਰਦਿਆਂ ਇਹ ਪਾਵਨ ਬਚਨ ਜੋ ਆਪ ਜੀ ਨੇ ਸ਼ਰਵਣ ਕੀਤੇ ਨੇ, ਉਹ ਆਖਦੇ ਨੇ ਮੇਰੀ ਨਜ਼ਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕੋ ਇੱਕ ਐਸੇ ਰਹਿਬਰ ਨੇ ਜਿਨ੍ਹਾਂ ਵਰਗਾ ਹੋਰ ਦੁਨੀਆ ਵਿੱਚ ਕੋਈ ਨਹੀਂ। ਵਹਿ ਪ੍ਰਗਟਿਓ ਮਰਦ ਅਗੰਮੜਾ। ਉਹ ਮਹਾਨ ਸੂਰਮੇ ਨੇ, ਯੋਧੇ ਨੇ। ਅਗੰਮ ਸ਼ਬਦ ਬਾਣੀ ਵਿੱਚ ਬੇਅੰਤ ਵਾਰੀ ਆਇਆ ਹੈ, ਤੇ ਅਗੰਮ ਦਾ ਅਰਥ ਹੁੰਦਾ ਹੈ ਪਹੁੰਚ ਤੋਂ ਪਰੇ, ਜਿਹੜਾ ਬੰਦੇ ਦੀ ਪਹੁੰਚ ਵਿੱਚ ਨਾ ਹੋਵੇ, ਤੇ ਜਿਹੜੀ ਪਹੁੰਚ ਤੋਂ, ਸਮਝ ਤੋਂ, ਮਤ ਤੋਂ ਬਹੁਤ ਦੂਰ ਹੋਵੇ, ਉਹਨੂੰ ਵੇਖ ਕੇ ਮਨੁੱਖ ਕਹਿ ਉੱਠਦਾ ਹੈ ਵਾਹ। ਜਿੱਥੇ ਬੰਦੇ ਦੇ ਸ਼ਬਦ ਮੁੱਕ ਜਾਣ ਕਿਸੇ ਚੀਜ਼ ਨੂੰ ਵੇਖ ਕੇ। ਭੋਜਨ ਤੇ ਆਪਾਂ ਰੋਜ਼ ਹੀ ਛਕਦੇ ਹਾਂ, ਪਰ ਕਦੀ ਐਸਾ ਰਸ ਆਉਂਦਾ ਏ, ਕਦੀ ਐਸਾ ਸਵਾਦ ਆਉਂਦਾ ਏ ਕਿ ਬੰਦਾ ਕਹਿ ਦਿੰਦਾ ਹੈ ਵਾਹ, ਅੱਜ ਤੇ ਆਨੰਦ ਹੀ ਆ ਗਿਆ। ਬੰਦਾ ਕੁਦਰਤ ਨੂੰ ਵੇਖਦਾ ਹੈ, ਕਾਇਨਾਤ ਨੂੰ ਵੇਖਦਾ ਹੈ, ਜਦੋਂ ਮਨੁੱਖ ਵਿਸਮਾਦ ਵਿੱਚ ਪਹੁੰਚ ਜਾਂਦਾ ਹੈ, ਜਦੋਂ ਕਹਿਣ ਲਈ ਸ਼ਬਦ ਮੁੱਕ ਗਏ, ਅੱਖਰ ਖਤਮ ਹੋ ਗਏ, ਉਦੋਂ ਫਿਰ ਮੁੱਖ ਵਿੱਚੋਂ ਮਨੁੱਖ ਦੇ ਆਪ ਮੁਹਾਰੇ ਵਾਹ ਸ਼ਬਦ ਨਿਕਲਦਾ ਹੈ। ਭਾਈ ਗੁਰਦਾਸ ਜੀ ਆਖ ਰਹੇ ਨੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੇ ਵਰਗਾ ਮਹਾਨ ਸੂਰਮਾ ਯੋਧਾ ਮਰਦ ਦੁਨੀਆ ਵਿੱਚ ਹੋਰ ਕੋਈ ਨਹੀਂ, ਤੇ ਤੁਹਾਨੂੰ ਵੇਖ ਕੇ ਆਪ ਮੁਹਾਰੇ ਮੂੰਹ ਵਿੱਚੋਂ ਨਿਕਲਦਾ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੁਸੀਂ ਇੱਕੋ ਇੱਕ ਰਹਿਬਰ ਦੁਨੀਆ ਵਿੱਚ ਹੋਏ ਹੋ, ਗੁਰੂ ਵੀ ਆਪ ਤੇ ਚੇਲੇ ਵੀ ਆਪ ਬਣੇ। ਗੁਰੂ ਤੇ ਬਹੁਤ ਨੇ, ਅੱਜ ਵੀ ਨੇ, ਪਹਿਲਾਂ ਵੀ ਸਨ, ਪਰ ਕਿਸੇ ਗੁਰੂ ਵਿੱਚ ਇੰਨੀ ਹਿੰਮਤ ਨਹੀਂ ਵੀ ਉਹ ਆਪਣੇ ਚੇਲੇ ਨੂੰ ਮੱਥਾ ਟੇਕ ਦੇਵੇ। ਹੈ ਕਿਸੇ ਵਿੱਚ ਹਿੰਮਤ? ਉਹ ਗੁਰੂ ਤੇ ਬਹੁਤ ਨੇ ਵੀ 5-7 ਨਾਲ ਚੇਲੇ ਹੋਣ, ਇੱਕ ਗੜਵਾ ਵੱਖ ਫੜਨ ਵਾਲਾ ਹੋਵੇ, ਇੱਕ ਨਾਲ ਤੌਲੀਆ ਫੜਨ ਵਾਲਾ ਹੋਵੇ, ਇੱਕ ਨਾਲ ਗੱਡੀ ਤੇ ਬੈਠਾ ਹੋਵੇ, ਨਾਲ ਕੱਪੜਾ ਮਾਰਨ ਵਾਲਾ ਹੋਵੇ, ਇੱਕ ਜਲ ਫੜਾਉਣ ਵਾਲਾ ਹੋਵੇ, ਇੱਕ ਗੁਣਗਾਨ ਕਰਨ ਵਾਲਾ ਹੋਵੇ। ਇਹੋ ਜਿਹੇ ਤੇ ਬਹੁਤ ਗੁਰੂ ਨੇ, ਪਰ ਇਹੋ ਜਿਹਾ ਗੁਰੂ ਨਹੀਂ ਜਿਹੜਾ ਅੰਮ੍ਰਿਤ ਪੰਜਾਂ ਨੂੰ ਛਕਾ ਕੇ ਤੇ ਫਿਰ ਇਸ ਤਰ੍ਹਾਂ ਹੱਥ ਕਰਕੇ ਆਖੇ ਵੀ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਮੇਰੇ ਤੇ ਵੀ ਕਿਰਪਾ ਕਰ ਦੇਵੋ। ਇਹੋ ਜਿਹਾ ਗੁਰੂ ਦੁਨੀਆ ਵਿੱਚ ਨਹੀਂ ਲੱਭਦਾ। ਅਗਲੀ ਗੱਲ ਗੁਰੂ ਪਿਆਰ ਵਾਲਿਓ, ਕਿਉਂ ਭਾਈ ਗੁਰਦਾਸ ਜੀ ਨੇ ਮਰਦ ਅਗੰਮੜਾ ਵਰਿਆਮ ਇਕੇਲਾ ਆਖਿਆ ਵੀ ਇੱਕੋ ਇੱਕ ਮੈਨੂੰ ਰਹਿਬਰ ਗੁਰੂ ਗੋਬਿੰਦ ਸਿੰਘ ਨਜ਼ਰ ਆਉਂਦਾ ਹੈ। ਦੁਨੀਆ ਦੇ ਇਤਿਹਾਸ ਵਿੱਚ ਨਜ਼ਰ ਮਾਰ ਕੇ ਵੇਖੀ
ਤਾਂ ਪਤਾ ਲੱਗਿਆ ਈਸਾਈਆਂ ਦੇ ਵਿੱਚ ਉਹ ਰਹਿਬਰ ਨਹੀਂ, ਇਸਲਾਮ ਵਿੱਚ ਉਹ ਰਹਿਬਰ ਨਹੀਂ, ਨਾ ਹੀ ਸਨਾਤਨੀ ਮਤ ਵਿੱਚ ਉਹ ਰਹਿਬਰ ਹੈ, ਨਹੀਂ ਨਜ਼ਰ ਆਇਆ। ਇਸਲਾਮ ਮਤ ਵੱਲ ਨਜ਼ਰ ਮਾਰੀ ਤੇ ਉਹਨਾਂ ਦਾ ਇੱਕ ਪੈਗੰਬਰ ਹੋਇਆ ਇਬਰਾਹਿਮ, ਤੇ ਇਬਰਾਹਿਮ ਦਾ ਅੱਗੋਂ ਪੁੱਤਰ ਸੀ। ਆਖਦੇ ਨੇ ਇੱਕ ਦਿਨ ਖੁਦਾ ਦੀ ਆਵਾਜ਼ ਆਈ ਵੀ ਇਬਰਾਹਿਮ ਤੂੰ ਖੁਦਾ ਨੂੰ ਖੁਸ਼ ਕਰਨਾ ਤੇ ਆਪਣੇ ਪੁੱਤਰ ਦੀ ਕੁਰਬਾਨੀ ਦੇ। ਲਿਖਣ ਵਾਲੇ ਇਤਿਹਾਸਕਾਰ ਲਿਖਦੇ ਨੇ ਉਸ ਸਮੇਂ ਸਾਹਮਣੇ ਪੁੱਤਰ ਨੂੰ ਵੇਖ ਕੇ ਇਬਰਾਹਿਮ ਜਿਹਦੇ ਹੱਥ ਕੰਬ ਗਏ, ਅੱਖਾਂ ਵਿੱਚੋਂ ਪਾਣੀ ਆ ਗਿਆ। ਉਹਨੇ ਆਖਿਆ ਤੁਸੀਂ ਇੱਕ ਕੰਮ ਕਰੋ, ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦੇਵੋ, ਆਪਣੇ ਪੁੱਤਰ ਨੂੰ ਤੜਫਦੇ ਹੋਏ ਮੈਂ ਵੇਖ ਨਹੀਂ ਸਕਦਾ। ਅੱਖਾਂ ਤੇ ਪੱਟੀ ਬੰਨੀ। ਹੁਣ ਸਾਹਮਣੇ ਪੁੱਤਰ ਸੀ ਇਬਰਾਹਿਮ ਦਾ, ਉਹਨੇ ਅੱਗੋਂ ਆਖਿਆ ਵੀ ਮੇਰਾ ਬਾਪ ਮੈਨੂੰ ਮਾਰੇਗਾ, ਮੇਰੀ ਕੁਰਬਾਨੀ ਦੇਵੇਗਾ, ਉਸ ਤੋਂ ਪਹਿਲਾਂ ਮੇਰੇ ਹੱਥ ਬੰਨ੍ਹ ਦੇਵੋ, ਕਿਤੇ ਇਹ ਨਾ ਹੋਵੇ ਵੀ ਮੇਰੇ ਤੋਂ ਪੀੜਾ ਸਹਿਣ ਨਾ ਹੋਵੇ ਤੇ ਮੈਂ ਆਪਣੇ ਬਾਪ ਦਾ ਹੱਥ ਵੜ ਲਵਾਂ। ਉਹਦੇ ਹੱਥ ਬੰਨ੍ਹ ਦਿੱਤੇ, ਬਾਪ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਤੇ ਇਤਿਹਾਸਕਾਰ ਲਿਖਦੇ ਨੇ ਜਦੋਂ ਹੱਥ ਵਿੱਚ ਫੜ ਕੇ ਖੰਜਰ ਨਾਲ ਵਾਰ ਕੀਤਾ, ਇਬਰਾਹਿਮ ਜ਼ਾਰੋ ਜ਼ਾਰ ਰੋ ਪਿਆ। ਤੇ ਗੁਰੂ ਪਿਆਰ ਵਾਲਿਓ, ਅੱਖਾਂ ਤੋਂ ਪੱਟੀ ਲਾਈ ਤੇ ਸਾਹਮਣੇ ਇੱਕ ਪੁਤਲਾ ਸੀ, ਉਹਦੇ ਪੁੱਤਰ ਨੂੰ ਪਾਸੇ ਕਰਕੇ ਇੱਕ ਪੁਤਲਾ ਰੱਖ ਦਿੱਤਾ। ਜਦੋਂ ਅੱਖਾਂ ਤੋਂ ਪੱਟੀ ਖੁੱਲੀ, ਵੇਖਿਆ ਮੇਰਾ ਪੁੱਤਰ ਨਹੀਂ, ਇੱਕ ਪੁਤਲਾ ਸੀ। ਉਸ ਸਮੇਂ ਇਤਿਹਾਸ ਇਹ ਗੱਲ ਲਿਖਦਾ ਏ ਵੀ ਕਾਸ਼ ਜੇ ਕਿਤੇ ਵਾਕਿਆ ਹੀ ਪੁੱਤਰ ਸਾਹਮਣੇ ਹੁੰਦਾ ਤੇ ਇਬਰਾਹਿਮ ਤੋਂ ਆਪਣੇ ਪੁੱਤਰ ਦੀ ਕੁਰਬਾਨੀ ਦੇ ਨਹੀਂ ਸੀ ਹੋਣੀ। ਅੱਜ ਇਸਲਾਮਕ ਲੋਕ ਉਹ ਕੁਰਬਾਨੀ ਬਕਰੀਦ ਵਾਲੇ ਦਿਨ ਦਿੰਦੇ ਨੇ, ਪਸ਼ੂ ਨੂੰ ਮਾਰ ਕੇ। ਇਹ ਉੱਥੋਂ ਹੀ ਇਹਨਾਂ ਦੀ ਮਰਿਆਦਾ ਚੱਲੀ। ਹੁਣ ਜਦੋਂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਵੱਲ ਵੇਖਦੇ ਆ ਤੇ ਚਮਕੌਰ ਦੀ ਗੜੀ ਦਾ ਨਜ਼ਾਰਾ ਵੇਖੋ ਤੁਸੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਮਜਬੂਰੀ ਵਸ ਨਹੀਂ ਆਪਣੇ ਪੁੱਤਰਾਂ ਨੂੰ ਤੋਰਦੇ, ਬਲਕਿ ਪੁੱਤਰ ਆ ਕੇ ਆਖਦੇ ਨੇ ਵੀ ਪਿਤਾ ਜੀ ਜੇ ਸਿੱਖਾਂ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਏ ਤੇ ਕਿਰਪਾ ਕਰੋ ਸਾਨੂੰ ਵੀ ਮੈਦਾਨੇ ਜੰਗ ਵਿੱਚ ਤੋਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ। ਆਉਣ ਵਾਲਾ ਇਤਿਹਾਸ ਇਹ ਦੱਸੇਗਾ ਵੀ ਗੁਰੂ ਗੋਬਿੰਦ ਸਿੰਘ ਨੇ ਮਜਬੂਰੀ ਵਸ ਆਪਣੇ ਪੁੱਤਰਾਂ ਨੂੰ ਨਹੀਂ ਸੀ ਤੋਰਿਆ, ਬਲਕਿ ਪੁੱਤਰਾਂ ਨੇ ਆਪ ਆਪਣਾ ਆਪਾ ਕੁਰਬਾਨ ਕਰਨ ਵਾਸਤੇ ਗੁਰੂ ਕੋਲੋਂ ਇਜਾਜ਼ਤ ਲਈ ਸੀ ਵੀ ਸਾਨੂੰ ਵੀ ਮੈਦਾਨੇ ਜੰਗ ਵਿੱਚ ਤੋਰੋ। ਦੂਸਰੀ ਗੱਲ, ਗੁਰੂ ਗੋਬਿੰਦ ਸਿੰਘ ਨੇ ਇਹ ਨਹੀਂ ਸੀ ਆਖਿਆ ਵੀ ਮੇਰੀਆਂ ਅੱਖਾਂ ਤੇ ਪੱਟੀਆਂ ਬੰਨ੍ਹ ਦਿਓ ਤੇ ਪੁੱਤਰ ਸ਼ਹੀਦ ਹੁੰਦੇ ਵੇਖੇ ਨਹੀਂ ਜਾਣੇ। ਨਾ ਪੁੱਤਰਾਂ ਨੇ ਇਹ ਆਖਿਆ ਸੀ ਵੀ ਸਾਡੇ ਹੱਥ ਬੰਨ੍ਹ ਦੇਵੋ, ਸਾਡੇ ਤੋਂ ਇਹ ਤਸੀਹੇ ਸਹੇ ਨਹੀਂ ਜਾਣੇ, ਬਲਕਿ ਤੁਰਨ ਲੱਗਿਆਂ ਆਖ ਦਿੱਤਾ ਸੀ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਆਊਂਗਾ, ਜੀਤਾ ਗਿਆ ਮਗਰ ਜੀਤਾ ਨਹੀਂ ਜਾਊਂਗਾ। ਪਿਤਾ ਜੀ ਮੇਰਾ ਨਾਮ ਅਜੀਤ ਸਿੰਘ ਹੈ, ਮੈਨੂੰ ਕੋਈ ਜਿੱਤ ਨਹੀਂ ਸਕਦਾ, ਮੈਨੂੰ ਕੋਈ ਤਾਕਤ ਜਿੱਤ ਨਹੀਂ ਸਕਦੀ। ਧੰਨ ਕਲਗੀਧਰ ਮਹਾਰਾਜ ਜਦੋਂ ਪੁੱਤਰ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਨੇ ਤੇ ਫਿਰ ਅੱਖਾਂ ਵਿੱਚੋਂ ਪਾਣੀ ਨਹੀਂ ਬਲਕਿ ਸ਼ੁਕਰਾਨਾ ਨਿਕਲਦਾ ਏ ਤੇ ਉਦੋਂ ਜੈਕਾਰੇ ਛੱਡਦੇ ਨੇ। ਤੇ ਸਤਿਗੁਰ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਇਹ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ। ਪੜ੍ਹੋ ਤੁਸੀਂ ਸਨਾਤਨੀ ਮਤ। ਤੇ ਜਦੋਂ ਰਾਮਚੰਦਰ ਜੀ ਨੂੰ ਬਨਵਾਸ ਹੋਇਆ 14 ਸਾਲ ਦਾ, ਤੇ ਉਸ ਸਮੇਂ ਪਿਤਾ ਦਸ਼ਰਥ ਅੱਖਾਂ ਤੋਂ ਜਿੰਨਾ ਚਿਰ ਨਜ਼ਰ ਆਉਂਦਾ ਰਿਹਾ ਪੁੱਤਰ ਰਾਮਚੰਦਰ ਜੀ ਦਿਸਦੇ ਰਹੇ, ਮਹਿਲਾਂ ਤੋਂ ਉੱਤੇ ਖਲੋ ਕੇ ਵੇਖਦੇ ਰਹੇ। ਜਦੋਂ ਅੱਖਾਂ ਤੋਂ ਓਲੇ ਹੋਏ, ਪੁੱਤਰ ਦਾ ਵਿਛੋੜਾ ਬਰਦਾਸ਼ਤ ਨਹੀਂ ਹੋਇਆ, ਉੱਤੋਂ ਥੱਲੇ ਡਿੱਗ ਗਏ। ਤੇ ਕਈਆਂ ਨੇ ਇਹ ਵੀ ਲਿਖਿਆ ਉਸ ਸਮੇਂ ਹਾਰਟ ਅਟੈਕ ਆ ਗਿਆ ਤੇ ਉਹਨਾਂ ਦੀ ਮੌਤ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 2 ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦ ਹੁੰਦੇ ਨੇ। ਮਾਂ ਘਰ ਆਨੰਦਪੁਰ ਵਿਛੜ ਗਿਆ,
ਬਾਪ ਵਿਛੜ ਗਿਆ। ਗੁਰੂ ਪਿਆਰ ਵਾਲਿਓ, ਜਾਨੋਂ ਵੱਧ ਪਿਆਰੇ ਸਿੱਖ ਵਿਛੜ ਗਏ ਸਰਸਾ ਨਦੀ ਦੇ ਕਿਨਾਰੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਵੀ ਇਹ ਕਹਿ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਨੂੰ ਵਰਿਆਮ ਅਕੇਲਾ ਬਣਾਉਂਦੀ ਹੈ, ਮਰਦ ਅਗੰਮੜਾ ਬਣਾਉਂਦੀ ਹੈ। ਵੱਡੇ ਵੱਡੇ ਮਰਦ ਸੂਰਮੇ ਦਲੇਰ ਆਪਣੇ ਪੁੱਤਰ ਨੂੰ ਸਾਹਮਣੇ ਵੇਖ ਕੇ ਤੇ ਅੱਖਾਂ ਵਿੱਚੋਂ ਹੰਝੂ ਬਹਾ ਦਿੰਦੇ ਨੇ, ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਮੈਂ ਵੇਖੇ ਜਿਹੜੇ ਵੱਡੇ ਵੱਡੇ ਸਰਜਨ ਡਾਕਟਰ ਜਿਹੜੇ ਦੂਜੇ ਦੇ ਦਿਮਾਗ ਦਾ ਆਪਰੇਸ਼ਨ ਕਰਦੇ, ਸਰਜਰੀ ਕਰਦੇ, ਹਾਰਟ ਦੀ, ਦਿਲ ਦੀ ਸਰਜਰੀ ਕਰਨ ਵਾਲੇ, ਜਦੋਂ ਆਪਣੇ ਪੁੱਤਰ ਦੀ ਕੋਈ ਦਿੱਕਤ ਹੋਈ ਉਸ ਸਮੇਂ ਉਹਨੇ ਆਖਿਆ, ਮੇਰੇ ਪੁੱਤਰ ਤੋਂ, ਮੇਰੇ ਪੁੱਤਰ ਦਾ ਦੁੱਖ ਉਹਦਾ ਸੀਨਾ ਚੀਰਦੇ ਹੋਏ ਮੈਂ ਵੇਖ ਨਹੀਂ ਸਕਦਾ, ਇਸ ਕਰਕੇ ਕਿਸੇ ਦੂਜੇ ਡਾਕਟਰ ਨੂੰ ਬੁਲਾਓ। ਇੱਕ ਡਾਕਟਰ ਜਿਹੜਾ ਕਿ ਸਪੈਸ਼ਲਿਸਟ ਹੈ, ਜਿਹੜਾ ਕਿ ਮਸ਼ਹੂਰ ਹੈ, ਉਹ ਡਾਕਟਰ ਆਪਣੇ ਪੁੱਤਰ ਦੇ ਸੀਨੇ ਨੂੰ ਚੀਰਦਾ ਨਹੀਂ ਵੇਖ ਸਕਦਾ, ਵਗਦਾ ਖੂਨ ਉਹਦੇ ਹੱਥ ਕੰਬ ਜਾਂਦੇ ਨੇ। ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਆਖਦੇ ਨੇ ਪੁੱਤਰ ਅਰਜਨ ਨੂੰ ਵੇਖ ਕੇ, ਅਭਿਮਨਿਊ ਨੂੰ ਵੇਖ ਕੇ ਉਸ ਸਮੇਂ ਅਰਜਨ ਵੀ ਜਿਹੜਾ ਹੈ ਉਹ ਵੀ ਰੋ ਪਿਆ ਸੀ ਜਦੋਂ ਆਪਣੇ ਪੁੱਤਰ ਨੂੰ ਖਤਮ ਹੁੰਦਾ ਵੇਖਿਆ। ਬੜਾ ਪਿਆਰਾ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ, ਉਹ ਆਖਦਾ ਹੈ ਕਿ ਜਦੋਂ ਸ਼੍ਰੀ ਕ੍ਰਿਸ਼ਨ ਨੇ ਗੀਤਾ ਸੁਣਾਈ ਤੇ ਸੁਣ ਕੇ ਕਹਿਣ ਲੱਗੇ, ਮੈਦਾਨ ਦੇ ਵਿੱਚ ਪਤਾ ਨਹੀਂ ਕਿੰਨਿਆਂ ਦੇ ਪੁੱਤਰ ਮਰਵਾ ਦਿੱਤੇ। कटा दिए शाम ने गीता को सुनाकर, रूह फूंक दी गुरु गोबिंद ने औलाद को कटाकर। कहने लगे श्री कृष्ण जी ने गीता सुनाई ते पता नहीं किन्नियां दे पुत्र खत्म करवा दिते। धन गुरु गोबिंद सिंह महाराज जिन्हां ने अपने पुत्रां नूं कुर्बान किया, किसी दे पुत्र नहीं मरवाए। ये नहीं आख्या भी अपनियां नूं बचा लवां ते दूजियां नूं खत्म करवा देवां। हालांकि राजनीति यही कहती है भी आप पिछे हो तो दूजियां नूं अगे करो, पर नहीं, गुरु गोबिंद सिंह महाराज अपने पुत्रां नूं अगे करते ने। ते सतगुर सच्चे पातशाह आखदे ने इन्हां विच ते सिखां विच कोई भेद नहीं, कोई फर्क नहीं। मेरे पातशाह जदों दमदमे की धरती ते बैठे सन, दिल्ली तो चल के मातावां आईयां ते उन्हां दे मन विच सी भी जाके अजीत ते जुझार नूं वेखांगियां, बड़ा समा हो गया है, सरसा नदी किनारे विछड़ गए सन। अपने जोरावर ते फतेह सिंह नूं वेखांगियां, जदों गए ते दीवान लग्या सी, धन गुरु गोबिंद सिंह महाराज बैठे ने ते उस समय मातावां आईयां, नाल पुछया मेरा अजीत किथे, जुझार किथे, मेरा जोरावर ते फतेह किथे। उस समय कलगीधर महाराज पातशाह जी ने आख्या सी, इन पुत्रन के शीस पे वार दिए सुत चार, चार मुए तो क्या हुआ जीवत कई हजार। आ वेख मैं चार वारे ने पर कई हज़ारां कहन लगे अजीत ते जुझार पैदा हो गए ने, हज़ारां लखां कहन लगे जोरावर ते फतेह सिंह पैदा हो गए ने। यह है शख्सियत गुरु गोबिंद सिंह महाराज जी की। तां भाई गुरदास जी आखदे ने, वह प्रगटिओ मर्द अगंबड़ा वरियाम अकेला। इहो जिहा योधा, इहो जिहा सूरमा दुनिया दे विच आया, इस दे मुकाबले होर दुनिया विच कोई पैदा नहीं होया। धन गुरु गोबिंद सिंह महाराज सच्चे पातशाह जी दे बारे हजूरी कवियां ने बड़ा प्यारा लिखिया है। हजूरी कवि अमृत राय जी लिखते ने, हे गुरु गोबिंद सिंह महाराज सच्चे पातशाह जीओ, 9 रस ने ते 9 रसां विच कहन लगे ये 9 दे 9 हर किसे विच नहीं पाए जाते, पर जदों तुहाडी शख्सियत वाल नज़र मारी दीए 9 दे 9 रस तुहाडे विच पाए जाते हैं। तुसी संपूर्ण हो, पूरे हो, पूरे गुरु हो। ते पूरे गुरु की वडियाई जिहड़ी है वो हर मनुख नहीं कर सकता। पूरे गुरु की वडियाई पूरा गुरु ही जानता है। वो बड़े प्यारे वो लिखता है, कहता है, हे गुरु गोबिंद सिंह महाराज 9 रसां विचों एक रस का मैं जिक्र करता है, वो है शांत रस। धन गुरु गोबिंद सिंह महाराज जीओ, तुहाडे सामने
ਜਦੋਂ ਅਨੰਦਪੁਰ ਤੋਂ ਪਿਤਾ ਤੁਰਿਆ ਤੇ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਇਆ। 9 ਸਾਲ ਤੁਹਾਡੀ ਉਮਰ ਸੀ। ਪਰ ਜਦੋਂ ਭਾਈ ਜੈਤਾ ਜੀ ਲੈ ਕੇ ਸੀਸ ਮੁੜੇ ਨੇ, ਆਪਣੇ ਪਿਤਾ ਦੇ ਸੀਸ ਨੂੰ ਵੇਖਿਆ, ਪਰ ਉੱਥੇ ਡੋਲੇ ਨਹੀਂ, ਬਲਕਿ ਬੜੇ ਸ਼ਾਂਤ ਰਹੇ। ਸ਼ਾਂਤ ਰਸ ਸੀ ਨਾ ਉਹਨਾਂ ਵਿੱਚ, ਬੜੇ ਸ਼ਾਂਤ ਰਹੇ, ਅਡੋਲ ਰਹੇ। ਆਨੰਦਪੁਰ ਨੂੰ ਛੱਡਿਆ ਤਾਂ ਵੀ ਸ਼ਾਂਤ ਰਹੇ। ਪੁੱਤਰ ਸਾਹਮਣੇ ਟੁਕੜੇ ਟੁਕੜੇ ਹੋਏ, ਪਰ ਸ਼ਾਂਤ ਰਹੇ। ਨੂਰੇ ਮਾਹੀ ਕੋਲੋਂ ਸਾਹਿਬਜ਼ਾਦਿਆਂ ਦੀ ਸਰਹੰਦ ਦੀ ਘਟਨਾ ਸੁਣੀ ਤੇ ਬੜੇ ਸ਼ਾਂਤ ਰਹੇ। ਗੁਰੂ ਪਿਆਰ ਵਾਲਿਓ, ਅੰਤ ਸਮੇਂ ਜਦੋਂ ਪਠਾਨ ਨੇ ਵਾਰ ਕੀਤਾ ਸੀ ਨੰਦੇੜ ਦੀ ਧਰਤੀ ਦੇ ਉੱਤੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ ਆਪਣੀ ਮਿਆਨ ਵਿੱਚੋਂ ਤਲਵਾਰ ਨੂੰ ਜੁਦਾ ਕਰਕੇ ਜਮਸ਼ੈਦ ਖਾਂ ਪਠਾਨ ਉੱਤੇ ਵਾਰ ਕਰਦੇ ਨੇ, ਤੇ ਉਸ ਸਮੇਂ ਪਠਾਨ ਆਖਦਾ ਹੈ, ਹਾਏ ਅੰਮਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ, ਇਹ ਅੰਮਾ ਕਹਿਣੇ ਕਾ ਵਕਤ ਹੈ, ਅੱਲਾ ਕਹੋ ਅੱਲਾ। ਭਾਵ ਉਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਰਸ ਨੂੰ ਮਾਣ ਰਹੇ ਨੇ, ਉੱਥੇ ਵੀ ਅਡੋਲ ਨੇ। ਇਹ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੁੰਦਾ ਹੈ 26 ਦਸੰਬਰ ਸੰਨ 1666 ਨੂੰ। ਜਦੋਂ ਪ੍ਰਕਾਸ਼ ਹੋਇਆ ਤੇ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਨੇ। ਕਿਉਂ? ਤਕਰੀਬਨ 33 ਸਾਲ ਬਾਅਦ ਘਰ ਵਿੱਚ ਬਾਲਕ ਨੇ ਜਨਮ ਲਿਆ। ਉਸ ਸਮੇਂ ਮਾਤਾ ਗੁਜਰੀ ਜੀ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ, ਸ਼ੁਕਰ ਕੀਤਾ। ਮਾਮਾ ਕਿਰਪਾਲ ਚੰਦ ਜੀ ਨੇ ਸ਼ੁਕਰਾਨਾ ਕੀਤਾ। ਤੇ ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਮਾਤਾ ਨਾਨਕੀ ਜੀ ਵੀ ਉੱਥੇ ਹੀ ਨੇ, ਉਹਨਾਂ ਨੇ ਵੀ ਸ਼ੁਕਰਾਨਾ ਕੀਤਾ। ਭਾਈ ਸਾਹਿਬ ਚੰਦ ਅਤੇ ਹੋਰ ਹਜੂਰੀ ਸਿੱਖ, ਉਹਨਾਂ ਨੇ ਸ਼ੁਕਰਾਨਾ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਹਰ ਇੱਕ ਨੂੰ ਪਤਾ ਲੱਗ ਗਿਆ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਹਰ ਕੋਈ ਆਉਣਾ ਚਾਹੁੰਦਾ ਹੈ। ਪੰਜਾਬ ਦੀ ਧਰਤੀ ਤੇ ਇੱਕ ਰੱਬੀ ਦਰਵੇਸ਼ ਫਕੀਰ, ਜਿੰਦਾ ਨਾਂ ਇਤਿਹਾਸ ਵਿੱਚ ਆਇਆ ਹੈ ਭੀਖਣ ਸ਼ਾਹ। ਗੁਰੂ ਪਿਆਰ ਵਾਲਿਓ, ਅੱਜ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਤੇ ਅੱਜ ਜਦੋਂ ਨਵਾਜ਼ ਲੱਗਾ ਪੜ੍ਹਨ, ਸਜਦਾ ਲੱਗਾ ਕਰਨ, ਤੇ ਅੱਜ ਇਹਨੇ ਪੱਛਮ ਵਾਲੇ ਪਾਸੇ ਨਹੀਂ, ਪੂਰਬ ਵਾਲੇ ਪਾਸੇ ਸਜਦਾ ਕੀਤਾ। ਜਿਹੜੇ ਨਾਲ ਚੇਲੇ ਸਨ ਉਹ ਬੜੇ ਹੈਰਾਨ ਹੋਏ। ਹੁਣ ਵੇਖੋ ਇੱਕ ਕਮਾਲ ਦੀ ਗੱਲ, ਉਹਨੂੰ ਤਾਂ ਇਹ ਮਹਿਸੂਸ ਹੋਇਆ ਖੁਦਾ ਦਾ, ਪਰਮੇਸ਼ਰ ਦਾ, ਤੇ ਉਹਨੇ ਸਜਦਾ ਕੀਤਾ। ਅਸੀਂ ਵੇਖੋ ਜਿੱਥੇ ਕਿੱਥੇ ਮਰਜੀ ਮੱਥੇ ਟੇਕੀ ਜਾਂਦੇ ਹਾਂ। ਹਾਲਾਂਕਿ ਸਾਨੂੰ ਗੁਰੂ ਮਹਾਰਾਜ ਦਾ ਹੁਕਮ ਪੜ੍ਹਦੇ ਜ਼ਰੂਰ ਹਾਂ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਮੰਨਦੇ ਆਪਾਂ ਗੁਰੂ ਦੀ ਇੱਕ ਨਹੀਂ। ਕਾਰਨ ਆਪਾਂ ਮੱਥੇ ਟੇਕਣੇ ਦਰਖਤਾਂ ਨੂੰ, ਅਸੀਂ ਪਸ਼ੂਆਂ ਨੂੰ, ਅਸੀਂ ਮਨੁੱਖਾਂ ਨੂੰ, ਅਸੀਂ ਹਰ ਥਾਂ ਤੇ ਮੱਥੇ, ਕਬਰਾਂ ਮੜੀਆਂ ਨੂੰ ਮੱਥੇ ਟੇਕੀ ਜਾਂਦੇ। ਹੈਰਾਨੀ ਹੁੰਦੀ ਏ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਹੋਵੇ ਪ੍ਰਕਾਸ਼, ਤੇ ਕਈ ਵਾਰੀ ਸੱਜਣ ਤਾਂ ਸਾਡੇ ਇੱਥੇ ਪੈਰੀ ਪੈਣ ਲੱਗ ਪੈਂਦੇ ਨੇ। ਗੁਰੂ ਪਿਆਰ ਵਾਲਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਸਾਨੂੰ ਆਖਿਆ ਸੀਸ ਕੇਵਲ ਇਹਦੇ ਅੱਗੇ ਝੁਕਾਉਣਾ ਹੈ। ਅੱਛਾ, ਫਿਰ ਵੇਖੋ ਕਿੰਨਾ ਪਿਆਰਾ ਸਿਧਾਂਤ ਦਿੱਤਾ ਕਲਗੀਧਰ ਪਾਤਸ਼ਾਹ ਜੀ ਨੇ, ਸਾਨੂੰ ਦਿੱਤੀ ਫਤਿਹ। ਮਹਾਰਾਜ ਨੇ ਆਖਿਆ ਵੀ ਤੈਨੂੰ ਮੈਂ ਦੇਣਾ ਵਾਂ ਫਤਿਹ, ਆਗੇ ਆਵਤ ਸਿੰਘ ਜੋ ਭਾਵੈ, ਵਾਹਿਗੁਰੂ ਜੀ ਕੀ ਫਤਿਹ ਗਜਾਵੈ। ਤੇ ਆਪਾਂ ਕਰ ਲਈ ਛੋਟੀ ਸਤਿ ਸ੍ਰੀ ਅਕਾਲ ਹੈ। ਹਾਲਾਂਕਿ ਸਤਿ ਸ਼੍ਰੀ ਅਕਾਲ ਇਹ ਵੀ ਚੜ੍ਹਦੀ ਕਲਾ ਦਾ ਪ੍ਰਤੀਕ, ਪਰ ਗੁਰੂ ਪਿਆਰ ਵਾਲਿਓ, ਸਾਨੂੰ ਮਹਾਰਾਜ ਨੇ ਆਖਿਆ ਵੀ ਫਤਿਹ ਬੁਲਾਉਣੀ। ਅੱਛਾ, ਫਤਿਹ ਬੁਲਾਉਣ ਦੇ ਬੜੇ ਲਾਭ ਜੀ। ਇੱਕ ਲਾਭ ਇਹ, ਇੱਕ ਤੇ ਪੈਰੀ ਨਹੀਂ ਪੈਣਾ ਪੈਂਦਾ, ਇੱਕ ਤੇ ਹੋਵੇ ਨਾ ਸਤਿਕਾਰ ਵਜੋਂ ਕਿਸੇ ਨੂੰ ਬੰਦਾ ਝੁਕਾਵੇ ਸੀਸ, ਗੱਲ ਵੱਖਰੀ ਹੈ। ਇੱਕ ਉਹਦੀ ਖੁਸ਼ਾਮਦ ਵਜੋਂ ਹੀ ਕਿਸੇ ਦੇ ਪੈਰੀ ਪਈ ਜਾਣ, ਨਾ ਵੀ ਦਿਲ ਕਰੇ ਤਾਂ ਵੀ ਕਈ ਤੇ ਐਵੇਂ ਹੀ ਹੱਥ ਲਾਈ ਜਾਂਦੇ ਖੁਸ਼ਾਮਤ ਵਜੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਫਤਿਹ ਵੀ ਸਾਹਮਣੇ ਸਿੱਖ ਹੋਵੇ। ਅੱਛਾ, ਫਤਿਹ ਕੋਈ ਵੀ ਬੁਲਾ ਸਕਦਾ, ਛੋਟਾ ਹੋਵੇ ਵੱਡੇ ਨੂੰ ਫਤਿਹ ਬੁਲਾ ਸਕਦਾ, ਕੋਈ ਵੱਡਾ ਹੋਵੇ ਛੋਟੇ ਨੂੰ ਵੀ ਫਤਿਹ ਬੁਲਾ ਸਕਦਾ ਹੈ। ਜਿਨ੍ਹਾਂ ਘਰਾਂ ਵਿੱਚ
ਫਤਿਹ ਬੁਲਾਈ ਜਾਂਦੀ ਏ, ਪਤਾ ਲੱਗ ਜਾਂਦਾ ਇਹਨਾਂ ਘਰਾਂ ਦੇ ਵਿੱਚ ਸਿੱਖੀ ਦੀ ਕਦਰ ਤੇ ਕੀਮਤ ਹੈ। ਜਿਨ੍ਹਾਂ ਨੂੰ ਫਤਿਹ ਦਾ ਹੀ ਨਹੀਂ ਪਤਾ ਉਹ ਗੁਰੂ ਦੀ ਵਡਿਆਈ ਕੀ ਜਾਣਦੇ ਹੋਣ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਫਤਿਹ ਬੁਲਾਉਣ ਦਾ ਬੜਾ ਫਾਇਦਾ ਹੀ। ਮਹਾਰਾਜ ਕੀ ਕਹਿਣ ਲੱਗੇ, ਜੇ ਫਤਿਹ ਬੁਲਾਵੇਂਗਾ 2 ਵਾਰੀ ਤੇਰੇ ਮੁਖ ਤੋਂ ਵਾਹਿਗੁਰੂ ਨਿਕਲੇਗਾ, 2 ਵਾਰੀ ਸਾਹਮਣੇ ਵਾਲੇ ਦੇ ਮੁਖ ਤੋਂ ਵਾਹਿਗੁਰੂ ਨਿਕਲੇਗਾ ਜੇ ਤੂੰ ਫਤਿਹ ਬੁਲਾਵੇਂਗਾ। ਪਰ ਆਪਾਂ ਫਤਿਹ ਬੁਲਾਉਣ 'ਚ ਵੀ ਸ਼ਰਮ ਮਹਿਸੂਸ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਪੰਜਾਬ ਵਿੱਚ ਬੈਠਾ ਇੱਕ ਫਕੀਰ ਜਿਹਨੇ ਸਜਦਾ ਕੀਤਾ ਅੱਜ ਪੂਰਬ ਵੱਲ। ਜਦੋਂ ਉਹਨੇ ਸਜਦਾ ਕੀਤਾ, ਚੇਲਿਆਂ ਨੇ ਪੁੱਛ ਲਿਆ, ਕਹਿਣ ਲੱਗੇ ਫਕੀਰ ਜੀ, ਪੀਰ ਜੀ, ਤੁਸੀਂ ਸੈਯਦ ਜੇ, ਤੁਸੀਂ ਬੜੇ ਮਹਾਨ ਜੇ, ਵੱਡੇ ਵੱਡੇ ਲੋਕ ਤੁਹਾਨੂੰ ਨਮਸਕਾਰਾਂ ਕਰਦੇ ਨੇ। ਪਰ ਕਹਿਣ ਲੱਗੇ ਜੇ ਸਾਡੇ ਵਰਗਾ ਕੋਈ ਗਲਤੀ ਕਰੇ ਤੇ ਸੋਚਾਂਗੇ ਨਾ ਸਮਝਿਆ। ਪਰ ਗੁਰੂ ਪਿਆਰ ਵਾਲਿਓ, ਉਸ ਸਮੇਂ ਚੇਲਿਆਂ ਨੇ ਆਖਿਆ ਵੀ ਤੁਹਾਡੇ ਵਰਗੇ ਸੈਯਦ ਫਕੀਰ ਇਹ ਗਲਤੀ ਕਰਨ ਤੇ ਸਮਝ ਨਹੀਂ ਆਈ। ਉਸ ਸਮੇਂ ਫਕੀਰ ਨੇ ਆਖਿਆ ਭਲਿਆ ਸਜਦਾ ਕਿਉਂ ਕੀਤਾ ਜਾਂਦਾ ਏ? ਉਹਨੇ ਆਖਿਆ ਖੁਦਾ ਵੱਲ, ਜਿੱਧਰ ਖੁਦਾ ਹੁੰਦਾ ਏ ਉਹਨੂੰ ਸਜਦਾ ਕੀਤਾ ਜਾਂਦਾ ਏ। ਕਹਿਣ ਲੱਗੇ ਜੇ ਖੁਦਾ ਮੈਨੂੰ ਇੱਧਰ ਨਜ਼ਰ ਆਇਆ ਹੋਵੇ ਫਿਰ। ਹੁਣ ਉਹ ਚੇਲੇ ਗੱਲ ਸਮਝ ਨਾ ਪਾਏ, ਪਰ ਫਕੀਰ ਜਾਣਦਾ ਸੀ ਭੀਖਣ ਸ਼ਾਹ। ਉਸ ਸਮੇਂ ਭੀਖਣ ਸ਼ਾਹ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਆਓ ਤੁਹਾਨੂੰ ਮੈਂ ਉਸ ਰੱਬੀ ਨੂਰ ਦੇ ਦੀਦਾਰ ਕਰਾ ਕੇ ਲਿਆਵਾਂ। ਹੁਣ ਭੀਖਣ ਸ਼ਾਹ ਜੀ ਤੁਰੇ ਨੇ ਬੜੀ ਭਾਵਨਾ ਦੇ ਨਾਲ। ਸਾਡੇ ਵਰਗੇ ਜਦੋਂ ਕਿਤੇ ਤੁਰਦੇ ਨਾ ਵੀ ਗੁਰੂ ਰਾਮਦਾਸ ਮਹਾਰਾਜ ਦਰ ਤੇ ਜਾਣਾ ਤੇ ਪਹਿਲਾਂ ਫੋਨ ਲਾ ਲੈਂਦੇ ਨੇ ਵੀ ਕਮਰਾ ਮਿਲੇਗਾ ਕਿ ਨਹੀਂ। ਕਈ ਸੱਜਣ ਸਾਨੂੰ ਵੀ ਫੋਨ ਕਰਦੇ ਨੇ ਵੀ ਕਮਰਾ ਮਿਲ ਜੇਗਾ। ਕਾਹਤੋਂ? ਅਖੇ ਉੱਥੇ ਸੌਣ ਨੂੰ ਵਧੀਆ ਹੋ ਜਾਂਦਾ ਏ, ਉੱਥੇ ਨਹਾਉਣ ਨੂੰ ਵਧੀਆ ਹੋ ਜਾਂਦਾ ਏ। ਉਹ ਭਲਿਆ ਗੁਰੂ ਨਾਨਕ ਦੇ ਦਰ ਤੇ ਜਾ ਕੇ ਵੀ ਜੇ ਸੌਣਾ ਹੀ ਹੈ, ਜੇ ਗੁਰਦੁਆਰੇ ਜਾ ਕੇ ਸੌਣਾ ਹੀ ਤੇ ਫਿਰ ਘਰੇ ਚੰਗਾ। ਸੌਂ ਤੇ ਨੀਂਦ ਤੇ ਤੂੰ ਘਰੇ ਵੀ ਪੂਰੀ ਕਰ ਲੈਣਾ। ਜੇ ਮਹਾਰਾਜ ਦੇ ਦਰ ਤੇ ਜਾ ਕੇ ਤੂੰ ਸੌਣ ਚੱਲਿਆ ਏ ਤੇ ਫਿਰ ਕੀ ਫਾਇਦਾ ਜਾਣ ਦਾ। ਗੁਰੂ ਘਰ ਜਾਣਾ ਹੈ ਗੁਰੂ ਦਾ ਸ਼ੁਕਰਾਨਾ ਕਰਨ, ਗੁਰੂ ਕੋਲ ਜਾਣਾ ਹੈ ਗੁਰੂ ਦੀ ਸਿੱਖਿਆ ਲੈਣ, ਗੁਰੂ ਕੋਲ ਜਾਣਾ ਹੈ ਗੁਰੂ ਦੀ ਮੱਤ ਲੈਣ, ਗੁਰੂ ਦੀ ਬਖਸ਼ਿਸ਼ ਮਿਹਰ ਲੈਣ। ਗੁਰੂ ਦੇ ਕੋਲ ਸੌਣ ਨਹੀਂ ਜਾਣਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਭੀਖਣ ਸ਼ਾਹ ਤੁਰਿਆ ਤੇ ਨਾਲ ਉਹਦੇ ਚੇਲੇ। ਕਿੰਨਾ ਸਮਾਂ ਲੱਗਿਆ ਹੋਵੇਗਾ ਪੰਜਾਬ ਤੋਂ ਪਟਨੇ ਤੱਕ ਆਉਂਦਿਆਂ। ਸਾਨੂੰ 10 ਕਦਮ ਤੁਰਨਾ ਪਵੇ ਨਾ, ਜੇ 10 ਕਦਮ ਨਾਲ ਗੁਰਦੁਆਰਾ ਹੋਵੇ ਉਹ ਵੀ ਔਖਾ ਹੋ ਜਾਂਦਾ ਤੁਰਨਾ। ਵੀ 10 ਕਦਮ ਤੁਰ ਕੇ ਨਾਲ ਜਾਣਾ ਹੋਵੇ। ਅੱਜ ਤੁਸੀਂ ਕਿ ਬੱਚੇ ਨੂੰ ਕਹੋ ਤੁਸੀਂ ਵੀ ਚੱਲ ਗੁਰਦੁਆਰੇ ਚਲੀਏ ਸਮਾਗਮ ਹੈ, ਤੇ ਉਹ ਆਖੇਗਾ ਵੀ ਨਹੀਂ ਮੈਂ ਤਾਂ ਕਿਤੇ ਘੁੰਮਣ ਜਾਣਾ ਹੈ, ਗੁਰਦੁਆਰੇ ਫਿਰ ਚਲਾ ਜਾਵਾਂਗਾ। ਅੱਧੀ ਰਾਤ ਨੂੰ ਜੇ ਤੁਸੀਂ ਉਠਾਓ ਬੱਚੇ ਨੂੰ, ਆਖੋ ਵੀ ਚੱਲ ਮੂਵੀ ਵੇਖਣ ਜਾਣਾ, ਤੇ ਬੱਚਾ ਉਸੇ ਵੇਲੇ ਭਾਵੇਂ ਨੀਂਦ ਛੱਡਣੀ ਪਵੇ ਉਸੇ ਵੇਲੇ ਤਿਆਰ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਆਖਿਆ, ਮਹਾਰਾਜ ਆਖਦੇ ਨੇ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜੇ ਕਿਤੇ ਨਾਮ ਦੀ ਗੱਲ ਆ ਜਾਵੇ, ਗੁਰੂ ਦੀ ਗੱਲ ਆ ਜਾਵੇ ਤੇ ਇਹਨੂੰ ਵਾਸੀਆਂ ਤੇ ਨੀਂਦ ਆਉਣ ਲੱਗ ਜਾਂਦੀ ਏ। ਪਰ ਜੇ ਕਿਤੇ ਮੂਵੀ ਵੇਖਣੀ ਹੋਵੇ, ਨਾਟਕ ਵੇਖਣਾ ਹੋਵੇ, ਜੇ ਹੋਰ ਕਿਤੇ ਪਿਕਨਿਕ ਤੇ ਜਾਣਾ ਹੋਵੇ, ਜੇ ਪਾਰਟੀ ਕਰਨੀ ਹੋਵੇ, ਤੇ ਇਹ ਰਾਤ ਦੀਆਂ ਨੀਂਦਾਂ ਵੀ ਤਿਆਗਣ ਨੂੰ ਇਹ ਪਰਵਾਹ ਨਹੀਂ ਕਰਦਾ। ਕਿਉਂ? ਕਿਉਂਕਿ ਮਹਾਰਾਜਾਂ ਨੇ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਚੰਗੇ ਕੰਮ ਕਰਨ ਲੱਗਿਆਂ ਤਾਂ ਉਸ ਸਮੇਂ ਨੂੰ ਆਲਸ ਆ ਜਾਂਦਾ ਏ, ਮਾੜੇ ਕੰਮ ਕਰਨ ਤੇ ਸ਼ੇਰ ਬਣ ਜਾਂਦਾ ਹੈ। ਫਿਰ ਪਤਾ ਨਹੀਂ ਦਲੇਰੀ ਕਿੱਥੋਂ ਆ ਜਾਂਦੀ ਹੈ। ਸੋ ਗੁਰੂ ਪਿਆਰ ਵਾਲਿਓ, ਭੀਖਣ ਸ਼ਾਹ ਕਿੰਨਾ ਪੈਂਡਾ ਲੰਮਾ ਤੈਅ ਕਰਕੇ ਆਇਆ ਪਟਨੇ ਦੀ ਧਰਤੀ ਤੇ। ਜਦੋਂ ਆਇਆ ਤੇ ਉਹਨੇ ਆਖਿਆ ਵੀ ਮੈਂ ਦੀਦਾਰ ਕਰਨੇ ਨੇ। ਮਾਮਾ ਕਿਰਪਾਲ ਚੰਦ ਨੇ ਆਖਿਆ ਵੀ ਅਜੇ ਦੀਦਾਰ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਮਾਤਾ ਗੁਜਰੀ ਜੀ ਨੇ ਆਖਿਆ ਪਹਿਲਾਂ ਬਾਲਕ ਦੇ ਦੀਦਾਰ ਇਹਦਾ ਪਿਤਾ ਤੇਗ ਬਹਾਦਰ ਕਰੇਗਾ, ਉਸ ਤੋਂ ਬਾਅਦ ਹੀ ਕਿਸੇ ਨੂੰ ਦੀਦਾਰ ਕਰਾਏ ਜਾਣਗੇ। ਤੁਹਾਡੇ ਵਾਸਤੇ ਬਾਹਰ ਇੰਤਜ਼ਾਮ ਕਰ ਦਿੰਦੇ ਆ, ਤੁਹਾਨੂੰ ਭੋਜਨ ਦਾ ਰਹਿਣ ਦਾ ਪ੍ਰਬੰਧ ਕਰ ਦਿੰਦੇ ਆ। ਸਾਈਂ ਜੀ ਦੇ ਅੰਦਰ ਭੁੱਖ ਲੱਗੀ ਸੀ ਦਰਸ਼ਨਾਂ ਦੀ। ਉਹ ਕਹਿਣ ਲੱਗੇ ਮੈਂ ਭੋਜਨ ਪਾਣੀ ਉਦੋਂ ਛਕਾਂਗਾ ਜਦੋਂ ਅਸਲ ਦੇ ਵਿੱਚ ਦੀਦਾਰ ਹੋ ਜਾਣਗੇ। ਅੱਛਾ, ਆਪਣੀ ਹਾਲਤ ਵੇਖੀਏ, ਅਸੀਂ ਖਾ ਕੇ 5-7 ਪਰੌਂਠੇ, ਪੀ ਕੇ ਰੱਜ ਕੇ ਚੰਗਾ ਚਾਹ ਪਾਣੀ,
ਤੇ ਉੱਠ ਕੇ 10-11 ਵਜੇ ਤੇ ਫਿਰ ਅਸੀਂ ਕਹਿੰਦੇ ਆ ਮਾਲਕਾ ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਭੋਜਨ ਚੰਗਾ ਨਹੀਂ ਲੱਗਦਾ, ਮੈਨੂੰ ਪਾਣੀ ਨਹੀਂ ਚੰਗਾ ਲੱਗਦਾ, ਮਹਾਰਾਜ ਤੈਨੂੰ ਵੇਖੇ ਬਿਨਾ ਮੈਨੂੰ ਜੀਵਨ ਚੰਗਾ ਨਹੀਂ ਲੱਗਦਾ। ਤੇ ਪਰੌਂਠੇ 5-7 ਖਾ ਲਏ, ਚੰਗਾ ਰੱਜ ਕੇ ਪੀ ਲਿਆ ਪਾਣੀ ਤੇ ਨੀਂਦ ਕਰ ਲਈ 10-15 ਘੰਟੇ ਪੂਰੀ। ਤੇ ਫਿਰ ਕਹਿੰਦਾ ਮਹਾਰਾਜ ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਭੁੱਖ ਨਹੀਂ ਲੱਗਦੀ, ਮੈਨੂੰ ਪਿਆਸ ਹੈ ਤੇਰੇ ਦਰਸ਼ਨਾਂ ਦੀ। ਇਹ ਹਾਲਾਤ ਨੇ। ਉਹਨੇ ਆਖਿਆ ਨਹੀਂ, ਮੈਂ ਅਸਲ ਦੇ ਵਿੱਚ ਭੋਜਨ ਪਾਣੀ ਕਰਾਂਗਾ ਉਦੋਂ ਜਦੋਂ ਮੈਨੂੰ ਗੁਰੂ ਦੇ ਦੀਦਾਰ ਹੋ ਜਾਣਗੇ। ਸੋ ਗੁਰੂ ਪਿਆਰ ਵਾਲਿਓ, ਦੀਦਾਰ ਕਰਾਏ। ਉਸ ਸਮੇਂ ਭੀਖਣ ਸ਼ਾਹ ਦੇ ਕੋਲ 2 ਬਰਤਨ ਨੇ, ਇੱਕ ਬਰਤਨ ਵਿੱਚ ਪਾਣੀ, ਇੱਕ ਵਿੱਚ ਦੁੱਧ ਹੈ। ਤੇ ਉਸ ਸਮੇਂ ਮਨ ਵਿੱਚ ਇੱਕ ਸ਼ੰਕਾ ਹੈ ਵੀ ਇਹ ਜਿਹੜਾ ਮਹਾਨ ਰੱਬੀ ਨੂਰ ਪ੍ਰਗਟ ਹੋਇਆ ਹੈ ਇਹ ਹਿੰਦੂਆਂ ਦਾ ਹੈ ਜਾਂ ਮੁਸਲਮਾਨਾਂ ਦਾ ਹੈ। ਉਹਨੇ ਇਸ ਤਰ੍ਹਾਂ ਦੋਵੇਂ ਉਹ ਬਰਤਨ ਅੱਗੇ ਕਰ ਦਿੱਤੇ। ਦੀਨ ਦੁਨੀ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੋਵੇਂ ਹੀ ਬਰਤਨਾਂ ਉੱਤੇ ਹੱਥ ਰੱਖ ਦਿੱਤਾ ਤੇ ਕਹਿ ਦਿੱਤਾ, ਨਾ ਮੈਂ ਹਿੰਦੂਆਂ ਦਾ ਵਾਂ, ਨਾ ਮੈਂ ਮੁਸਲਮਾਨਾਂ ਦਾ ਵਾਂ, ਮੈਂ ਸਾਰੀ ਮਨੁੱਖਤਾ ਦਾ ਵਾਂ। ਸੱਚੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਵਲ ਕਿਸੇ ਇੱਕ ਫਿਰਕੇ ਜਾਤ ਮਜ਼ਹਬ ਦੇ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਮਨੁੱਖਤਾ ਦੇ ਸਾਂਝੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਜਿੰਨੇ ਵੀ ਕਾਰਜ ਕੀਤੇ ਨੇ ਮਨੁੱਖਤਾ ਦੇ ਭਲੇ ਲਈ ਕੀਤੇ ਨੇ। ਉਹਨਾਂ ਜੇ ਬਾਪ ਨੂੰ ਤੋਰਿਆ ਤੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ, ਧਰਮ ਚਿੰਨ੍ਹਾਂ ਦੀ ਰੱਖਿਆ ਵਾਸਤੇ। ਉਹਨਾਂ ਜੇ ਪੁੱਤਰਾਂ ਨੂੰ ਤੋਰਿਆ ਤੇ ਜ਼ਾਲਮ ਦੀ ਆਵਾਜ਼ ਨੂੰ ਅਸਲ ਦੇ ਵਿੱਚ ਬੰਦ ਕਰਨ ਵਾਸਤੇ, ਜ਼ੁਲਮ ਦੀ ਰੱਖਿਆ, ਜ਼ੁਲਮ ਨੂੰ ਖਤਮ ਕਰਨ ਤੇ ਮਜ਼ਲੂਮ ਦੀ ਰੱਖਿਆ ਵਾਸਤੇ ਉਹ ਮੈਦਾਨੇ ਜੰਗ ਵਿੱਚ ਆਪਣੇ ਪੁੱਤਰਾਂ ਨੂੰ ਤੋਰਦੇ ਨੇ। ਸੋ ਐਸੇ ਮਹਾਨ ਗੁਰੂ ਦੇ ਪ੍ਰਕਾਸ਼ ਪੁਰਬ ਨੂੰ ਆਪ ਜੀ ਮਨਾ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਬਾਕੀ ਇਤਿਹਾਸ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਆਓ, ਸਮਾਂ ਕੀਰਤਨ ਦਾ ਉਪਰੰਤ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।